हाँ जी, स्वागत है ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਜਿਸ ਦਾ ਨਾਮ ਹੈ ਲਰਨਿੰਗ ਪਾਥ। ਤੇ ਅੱਜ ਅਸੀਂ ਇਸ ਲੈਕਚਰ ਵਿੱਚ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਸੈਕੰਡ ਚੈਪਟਰ ਕੰਪਲੀਟ ਕਰਾਂਗੇ ਜੀ। ਜਿਸ ਵੀ ਕਿਸੇ ਵਿਊਅਰ ਨੇ ਪਹਿਲਾ ਚੈਪਟਰ ਨਾ ਦੇਖਿਆ ਹੋਵੇ ਤਾਂ ਉਹ ਇਸ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦਾ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਬਾਰੇ। ਤਾਂ ਜਿਵੇਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਦੱਸਿਆ ਸੀਗਾ ਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੇ ਜਿਹੜੇ ਇਹ 6 ਆਰਗਨਸ ਹੈਗੇ, ਠੀਕ ਹੈ ਜੀ। ਤੇ ਜਿਵੇਂ ਕਿ ਸਿਕਿਉਰਿਟੀ ਕਾਉਂਸਿਲ, ਜਨਰਲ ਅਸੈਂਬਲੀ, ਇਕਨੋਮਿਕ ਐਂਡ ਸੋਸ਼ਲ ਕਾਉਂਸਿਲ, ਟਰਸਟੀਸ਼ਿਪ ਕਾਉਂਸਿਲ, ਦਾ ਸਕੱਤਰੇਟ ਔਰ ਇੰਟਰਨੈਸ਼ਨਲ ਕੋਰਟਸ ਆਫ ਜਸਟਿਸ। ਤੇ ਇਹ ਸਾਰੇ UN ਦੇ ਆਰਗਨ ਹੈਗੇ ਜੀ। ਤੇ ਹੁਣ ਅਸੀਂ ਇਹਨਾਂ ਸਾਰੇ ਆਰਗਨ ਬਾਰੇ ਵਿਸਥਾਰਪੂਰਵਕ ਜਾਣਾਂਗੇ ਜੀ। ਤਾਂ ਸ਼ੁਰੂ ਕਰਦੇ ਹਾਂ ਜਨਰਲ ਅਸੈਂਬਲੀ ਤੋਂ। ਜਨਰਲ ਅਸੈਂਬਲੀ ਜੋ ਕਿ UN ਦਾ ਮੁੱਖ ਹਿੱਸਾ ਹੈਗਾ ਜੀ। ਤਾਂ ਇਸ ਨੂੰ ਸੰਸਾਰ ਦੀ ਸੰਸਦ ਵੀ ਕਿਹਾ ਜਾਂਦਾ ਹੈਗਾ। ਤੇ ਇਸ ਦੇ ਵਿੱਚ ਹਰੇਕ ਰਾਸ਼ਟਰ ਨੂੰ 5 ਪ੍ਰਤੀਨਿਧੀ ਭੇਜਣ ਦਾ ਅਧਿਕਾਰ ਹੈਗਾ, ਕਿਉਂਕਿ UN ਵਿੱਚ ਹਰੇਕ ਰਾਸ਼ਟਰ ਨੂੰ ਸਮਾਨ ਪ੍ਰਤੀਨਿਧਤਾ ਦਿੱਤੀ ਗਈ ਹੈਗੀ ਆ। ਇਸ ਕਰਕੇ ਹਰ ਇੱਕ ਰਾਸ਼ਟਰ ਨੂੰ 5 ਪ੍ਰਤੀਨਿਧੀ ਭੇਜਣ ਦਾ ਅਧਿਕਾਰ ਹੈਗਾ ਜੀ ਜਨਰਲ ਅਸੈਂਬਲੀ ਵਿੱਚ। ਤੇ ਇਸ ਦੇ ਜਿਹੜੇ ਪ੍ਰਤੀਨਿਧੀ ਹੁੰਦੇ ਹੈਗੇ ਉਹ ਆਪਣੇ ਦੇਸ਼ ਦੀ ਸਰਕਾਰ ਸਾਹਮਣੇ ਜ਼ਿੰਮੇਵਾਰ ਹੁੰਦੇ ਹੈਗੇ ਆ ਜੀ, ਜਾਣੀ ਕਿ ਉੱਤਰਾਦਾਈ ਹੁੰਦੇ ਹੈਗੇ ਆ। ਤੇ ਗੱਲ ਕਰੀਏ ਸਮਾਗਮ ਦੀ, ਤਾਂ ਇਸ ਦਾ ਸਮਾਗਮ ਸਤੰਬਰ ਮਹੀਨੇ ਦੇ ਹਰ ਤੀਜੇ ਮੰਗਲਵਾਰ ਨੂੰ, ਇੱਥੇ ਤੀਜੇ ਮੰਗਲਵਾਰ ਕਰ ਲੈਣਾ ਜੀ, ਤੀਜੇ ਮੰਗਲਵਾਰ ਨੂੰ ਹੁੰਦਾ ਹੈਗਾ ਜੀ ਸਤੰਬਰ ਮਹੀਨੇ ਦੇ। ਤੇ ਵੈਸੇ ਹੀ ਇਸ ਦਾ ਸਮਾਗਮ ਮਹਾਸਭਾ ਦੀ ਬਹੁਮਤ ਦੁਆਰਾ ਕਦੋਂ ਵੀ ਬੁਲਾਇਆ ਜਾ ਸਕਦਾ ਹੈਗਾ, ਕਿਸੇ ਐਮਰਜੈਂਸੀ ਸਥਿਤੀ ਵਿੱਚ, ਜਿਵੇਂ ਕਿ ਭਾਰਤ ਪਾਕਿਸਤਾਨ ਦੇ ਯੁੱਧ ਸਮੇਂ ਜਿਹੜਾ ਇਹ ਸਮਾਗਮ ਬੁਲਾਇਆ ਗਿਆ ਸੀਗਾ। ਤੇ ਗੱਲ ਕਰੀਏ ਪ੍ਰਧਾਨ ਦੀ, ਤਾਂ ਇਸ ਦਾ ਜਿਹੜਾ ਪ੍ਰਧਾਨ, ਇਸ ਦੇ ਮਹਾਸਭਾ ਦੇ ਮੈਂਬਰ ਜਿਹੜੇ ਹੁੰਦੇ ਜਨਰਲ ਅਸੈਂਬਲੀ ਦੇ, ਉਹ ਆਪਣੇ ਵਿੱਚੋਂ ਹੀ ਕਰਦੇ ਹੈਗੇ ਆ। ਤੇ ਉਹ 1 ਸਾਲ ਹੀ ਹੁੰਦਾ ਹੈਗਾ। ਤੇ ਸ਼੍ਰੀਮਤੀ ਵਿਜੇ ਲਕਸ਼ਮੀ ਪੰਡਿਤ ਜੋ ਕਿ 1953 ਵਿੱਚ ਪ੍ਰਧਾਨ ਦੇ ਅਹੁਦੇ 'ਤੇ ਨਿਯੁਕਤ ਹੋਏ, ਜੋ ਕਿ ਭਾਰਤ ਤੋਂ ਬਿਲੋਂਗ ਕਰਦੇ ਸਨ। ਤੇ ਗੱਲ ਕਰੀਏ ਤਾਂ ਉਪ ਪ੍ਰਧਾਨਾਂ ਦੀ, ਤਾਂ ਇਸ ਵਿੱਚ 7 ਉਪ ਪ੍ਰਧਾਨ ਚੁਣੇ ਜਾਂਦੇ ਹੈਗੇ ਆ ਜਨਰਲ ਅਸੈਂਬਲੀ ਵਿੱਚ। ਤੇ ਇਹ ਇੱਕ ਪ੍ਰਚਲਨ ਹੈਗਾ ਯੂਨਾਈਟਿਡ ਨੇਸ਼ਨ ਵਿੱਚ, ਯਾਨੀ ਕਿ UN ਵਿੱਚ, ਕਿ ਇਹ ਜਿਹੜੇ ਉਪ ਪ੍ਰਧਾਨ ਹਮੇਸ਼ਾ ਹੀ ਛੋਟੇ ਰਾਜਾਂ ਦੁਆਰਾ ਚੁਣੇ ਜਾਂਦੇ ਹੈਗੇ, ਠੀਕ ਹੈ ਜੀ, ਛੋਟੇ ਰਾਜਾਂ ਵਿੱਚੋਂ ਹੀ ਚੁਣੇ ਜਾਂਦੇ ਹੈਗੇ। ਤੇ ਗੱਲ ਕਰੀਏ ਕਾਰਜ ਸ਼ਕਤੀਆਂ ਦੀ, ਤਾਂ ਚੋਣ ਸੰਬੰਧੀ ਕਾਰਜ, ਇਹਨਾਂ ਵਿੱਚ ਜਨਰਲ ਅਸੈਂਬਲੀ ਨੂੰ ਕਿਸੇ ਵੀ ਨਵੇਂ ਮੈਂਬਰ ਨੂੰ ਸ਼ਾਮਿਲ ਕਰਨਾ, ਜਾਂ ਕਿਸੇ ਅਮਾਨਤੀ ਪਰਿਸ਼ਦ ਦੇ ਮੈਂਬਰ ਨੂੰ ਚੁਣਨਾ, ਜਾਂ ਕਿਸੇ ਸਿਕਿਉਰਿਟੀ ਕਾਉਂਸਿਲ ਦੇ ਮੈਂਬਰ ਨੂੰ ਚੁਣਨਾ, ਤਾਂ ਇਹ ਸਾਰਿਆਂ ਦੀ ਚੋਣ ਜਿਹੜੀ ਜਨਰਲ ਅਸੈਂਬਲੀ ਦੁਆਰਾ ਕੀਤੀ ਜਾਂਦੀ ਹੈਗੀ ਹੈ ਜੀ। ਤੇ ਇਸ ਤੋਂ ਇਲਾਵਾ ਮਤੇ ਪਾਸ ਕਰਨੇ, ਇਹ ਮਤੇ ਪਾਸ ਕਰਨੇ ਜਨਰਲ ਅਸੈਂਬਲੀ ਦੁਆਰਾ ਕੀਤੇ ਜਾਂਦੇ ਹੈਗੇ ਜੀ। ਤੇ ਇਸ ਵਿੱਚ ਜਿਹੜੇ ਇਹ ਜਨਰਲ ਅਸੈਂਬਲੀ ਦੇ ਬਹੁਮਤ ਦੇ ਫੈਸਲੇ ਰਾਹੀਂ ਕੀਤੇ ਜਾਂਦੇ ਹੈਗੇ ਆ। ਤੇ ਮਤੇ ਪਾਸ ਵਿੱਚ ਜਿਵੇਂ ਸ਼ਾਂਤੀ ਪ੍ਰਸਤਾਵ ਹੋ ਗਿਆ, ਠੀਕ ਹੈ ਜੀ, ਤਾਂ ਕਿ ਇਹ ਜਨਰਲ ਅਸੈਂਬਲੀ ਕਿਸੇ ਵੀ ਦੇਸ਼ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਸ਼ਾਂਤੀ ਜਿਹੜੇ ਪ੍ਰਸਤਾਵ ਪਾਸ ਕਰ ਸਕਦੀ ਹੈਗੀ ਜੀ। ਤੇ ਇਸ ਤੋਂ ਇਲਾਵਾ ਵਿੱਤੀ ਕਾਰਜ, ਜਨਰਲ ਅਸੈਂਬਲੀ ਦੁਆਰਾ UN ਦਾ ਸਾਲਾਨਾ ਬਜਟ ਪੇਸ਼ ਕੀਤਾ ਜਾਂਦਾ ਹੈਗਾ ਜੀ। ਤੇ ਸੰਵਿਧਾਨਿਕ ਕਾਰਜ ਵਿੱਚ ਕਿ UN ਦੇ ਜਿਹੜੇ ਸੰਵਿਧਾਨ ਵਿੱਚ ਜਨਰਲ ਅਸੈਂਬਲੀ ਦੁਆਰਾ ਬਹੁਮਤ ਦਾ ਫੈਸਲਾ ਲੈ ਕੇ ਉਸ ਦੇ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈਗੀ ਜੀ। ਤੇ ਇਸ ਤੋਂ ਇਲਾਵਾ UN ਦੇ ਵਿੱਚ ਜਿੰਨੀਆਂ ਵੀ ਏਜੰਸੀਆਂ ਹੈਗੀਆਂ, ਉਹਨਾਂ ਦੀ ਸਾਰਿਆਂ ਦੀ ਨਿਗਰਾਨੀ ਜਨਰਲ ਅਸੈਂਬਲੀ ਦੁਆਰਾ ਕੀਤੀ ਜਾਂਦੀ ਹੈਗੀ ਆ। ਤੇ ਇਸ ਤੋਂ ਇਲਾਵਾ ਵਿਚਾਰਾਤਮਕ ਕਾਰਜ, ਜਿਸ ਵਿੱਚ ਕਿਸੇ ਵੀ ਮੁੱਦੇ 'ਤੇ ਆਪਣੇ ਵਿਚਾਰ ਵਿਅਕਤ ਕਰ ਸਕਦੀ ਹੈਗੀ ਜੀ ਜਨਰਲ ਅਸੈਂਬਲੀ। ਤੇ ਅੰਤਰਰਾਸ਼ਟਰੀ ਕਾਨੂੰਨ ਦਾ ਵਿਕਾਸ, ਇਸ ਵਿੱਚ ਜਿਹੜਾ ਵੀ ਫੈਸਲਾ UN ਦੇ ਮੈਂਬਰਾਂ ਦੁਆਰਾ, ਯਾਨੀ ਕਿ ਜਨਰਲ ਅਸੈਂਬਲੀ ਦੇ ਮੈਂਬਰਾਂ ਦੁਆਰਾ ਲਿਆ ਜਾਵੇਗਾ, ਉਹ ਸਾਰੇ ਰਾਸ਼ਟਰਾਂ ਨੂੰ ਮੰਨਣਾ ਉਸ ਲਈ ਜ਼ਰੂਰੀ ਹੋਵੇਗਾ ਜੀ। ਤੇ ਇਸ ਕਰਕੇ ਇਹ ਅੰਤਰਰਾਸ਼ਟਰੀ ਫੈਸਲੇ ਲੈ ਸਕਦੀ ਹੈਗੀ ਤੇ ਅੰਤਰਰਾਸ਼ਟਰੀ ਕਾਨੂੰਨ ਦਾ ਵਿਕਾਸ ਕਰ ਸਕਦੀ ਹੈਗੀ ਹੈ। ਇਸ ਤੋਂ ਇਲਾਵਾ ਵਿਸ਼ਵ ਵਿੱਚ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ ਦਿੰਦੀ ਹੈਗੀ ਜੀ। ਸਾਰੇ ਰਾਸ਼ਟਰਾਂ ਨਾਲ ਮਿਲ ਕੇ ਉਹਨਾਂ ਨੂੰ ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਵਿਕਾਸ ਕਰਨ ਲਈ ਉਹਨਾਂ ਨੂੰ ਫੰਡ ਪ੍ਰਦਾਨ ਕਰਦੀ ਹੈ ਅਤੇ ਨਵੇਂ ਫੈਸਲੇ ਲੈਂਦੀ ਹੈ, ਠੀਕ ਹੈ ਜੀ, ਨਵੇਂ ਕਾਨੂੰਨ ਬਣਾਉਂਦੀ ਹੈ। ਤਾਂ ਇਸ ਤਰ੍ਹਾਂ ਵੇਖਦੇ ਹਾਂ ਅਸੀਂ ਕਿ ਜਨਰਲ ਅਸੈਂਬਲੀ ਨੂੰ ਬਹੁਤ ਸਾਰੀਆਂ ਸ਼ਕਤੀਆਂ ਪ੍ਰਾਪਤ ਹੋਈਆਂ ਹੈਗੀਆਂ, ਠੀਕ ਹੈ ਜੀ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਦਾ ਸਿਕਿਉਰਿਟੀ ਕਾਉਂਸਿਲ ਬਾਰੇ। ਤਾਂ ਇਸ ਵਿੱਚ 5 ਮੈਂਬਰ ਜਿਹੜੇ ਪਰਮਾਨੈਂਟ ਹੀ ਹੁੰਦੇ ਹੈਗੇ ਜੀ। ਤੇ ਜਿਹੜੇ ਕਿ ਅੱਗੇ ਗੱਲ ਕਰਦੇ ਹਾਂ ਅਸੀਂ ਵੀ
ਜਿਸ ਵਿੱਚ ਕੁੱਲ ਮੈਂਬਰ ਸਿਕਿਉਰਿਟੀ ਕੌਂਸਲ ਵਿੱਚ ਕੁੱਲ ਮੈਂਬਰ 15 ਹੁੰਦੇ ਹੈਗੇ ਜੀ, ਅਤੇ 5 ਸਥਾਈ ਮੈਂਬਰ ਜਿਹੜੇ ਪਰਮਾਨੈਂਟ ਮੈਂਬਰ ਹੈਗੇ ਜੀ, ਜਿਵੇਂ ਕਿ USA, UK, ਰਸ਼ੀਆ, ਚਾਈਨਾ ਐਂਡ ਫਰਾਂਸ। ਇਹ 5 ਸਥਾਈ ਮੈਂਬਰ ਹੈਗੇ ਆ ਜੀ। ਅਤੇ ਇਸ ਤੋਂ ਇਲਾਵਾ 10 ਮੈਂਬਰ ਜਿਹੜੇ ਚੁਣੇ ਜਾਂਦੇ ਹੈਗੇ ਆ, ਜਿਹੜੇ ਕਿ 5 ਮੈਂਬਰ 5 ਪ੍ਰਤੀਨਿਧੀ ਜਿਹੜੇ ਚੁਣੇ ਜਾਂਦੇ ਹੈਗੇ ਆ ਉਹ ਏਸ਼ੀਆ ਅਤੇ ਅਫਰੀਕਾ ਦੇ ਵਿੱਚੋਂ, 2 ਪ੍ਰਤੀਨਿਧੀ ਚੁਣੇ ਜਾਂਦੇ ਹੈਗੇ ਆ ਲੈਟਿਨ ਅਮਰੀਕਾ ਦੇ ਵਿੱਚੋਂ, ਅਤੇ 2 ਪ੍ਰਤੀਨਿਧੀ ਚੁਣੇ ਜਾਂਦੇ ਹੈਗੇ ਆ ਪੱਛਮੀ ਯੂਰਪ ਵਿੱਚੋਂ, ਅਤੇ 1 ਪ੍ਰਤੀਨਿਧੀ ਪੂਰਬੀ ਯੂਰਪ ਵਿੱਚੋਂ। ਠੀਕ ਹੈ ਜੀ। ਤਾਂ ਕੁੱਲ 15 ਮੈਂਬਰ ਹੋ ਗਏ ਜੀ, 5 ਸਥਾਈ ਅਤੇ 10 ਮੈਂਬਰ ਅਸਥਾਈ। ਠੀਕ ਹੈ ਜੀ। ਤਾਂ ਇਸ ਨੂੰ ਇਹ 2 ਸਾਲ ਦੇ ਲਈ ਚੁਣੇ ਜਾਂਦੇ ਹੈਗੇ ਜੀ, ਜਿਹੜੇ 10 ਮੈਂਬਰ ਚੁਣੇ ਜਾਂਦੇ ਆ, ਅਤੇ 14 ਦਿਨਾਂ ਦੇ ਅੰਦਰ ਮੀਟਿੰਗ ਹੋਣਾ ਸਿਕਿਉਰਿਟੀ ਕੌਂਸਲ ਦੀ ਲਾਜ਼ਮੀ ਹੈਗਾ ਜੀ। ਅਤੇ ਗੱਲ ਕਰੀਏ ਪ੍ਰਧਾਨ ਦੀ, ਤਾਂ ਇਸ ਦੀ ਚੋਣ ਮੈਂਬਰਾਂ ਦੁਆਰਾ ਹੀ ਕੀਤੀ ਜਾਂਦੀ ਹੈਗੀ ਆ, ਅਤੇ ਪ੍ਰਧਾਨਗੀ ਹਰ ਮਹੀਨੇ ਵਾਰੀ ਇਸ ਦੇ ਮੈਂਬਰ ਜਿਹੜੀ ਪ੍ਰਧਾਨਗੀ ਹਾਸਲ ਕਰਦੇ ਹੈਗੇ ਜੀ। ਅਤੇ ਇਹ ਅੰਗਰੇਜ਼ੀ ਦੇ ਵਰਣਮਾਲਾ ਅੱਖਰ ਦੇ ਅਨੁਸਾਰ ਉਸ ਵਿਅਕਤੀ ਨੂੰ ਅਗਲੇ ਮਹੀਨੇ ਲਈ ਪ੍ਰਧਾਨ ਚੁਣ ਲਿਆ ਜਾਂਦਾ ਹੈ, ਜਿਸ ਦਾ ਜਿਹੜਾ ਨਾਮ ਅੰਗਰੇਜ਼ੀ ਜਿਹੜੇ ਅਲਫਾਬੈਟ ਦੇ ਵਰਨ ਅਨੁਸਾਰ ਹੋਵੇ। ਠੀਕ ਹੈ ਜੀ। ਅਤੇ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਦੀਆਂ ਕਾਰਜ ਅਤੇ ਸ਼ਕਤੀਆਂ ਬਾਰੇ। ਤਾਂ ਇਸ ਦਾ ਜਿਹੜਾ ਮੁੱਖ ਕੰਮ ਹੈਗਾ ਜੀ, ਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨਾ, ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨਾ। ਇਹ ਜਨਰਲ ਅਸੈਂਬਲੀ ਨਾਲ ਮਿਲ ਕੇ ਸਿਕਿਉਰਿਟੀ ਕੌਂਸਲ ਨਵੇਂ ਮੈਂਬਰਾਂ ਨੂੰ ਸ਼ਾਮਲ ਕਰ ਸਕਦੀ ਹੈਗੀ ਜੀ। ਅਤੇ ਚੋਣ ਸੰਬੰਧੀ ਕਾਰਜ ਵਿੱਚ ਵੀ ਜਨਰਲ ਅਸੈਂਬਲੀ ਨਾਲ ਮਿਲ ਕੇ ਉਸ ਦਾ ਜਿਹੜਾ ਸਹਿਯੋਗ ਕਰਦੀ ਹੈਗੀ ਜੀ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਅਦਾਲਤਾਂ ਦੇ ਜੱਜ ਅਤੇ ਅਮਾਨਤੀ ਪਰਿਸ਼ਦ ਦੇ ਮੈਂਬਰਾਂ ਦੀ ਚੋਣ ਵਿੱਚ ਵੀ ਮਹਾਂਸਭਾ ਨਾਲ ਮਿਲ ਕੇ ਜਿਹੜੇ ਇਹ ਚੋਣ ਕਰਦੀ ਹੈਗੀ ਜੀ। ਅਤੇ ਇਸ ਵਿੱਚ ਜਿਹੜੀ ਗੱਲ ਹੈਗੀ ਆ ਕਿ ਇਸ ਵਿੱਚ ਸਥਾਈ ਮੈਂਬਰਾਂ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਜੀ। ਇਸ ਜਿਹੜੀ ਚੋਣ ਵਿੱਚ ਕੋਈ ਵੀ ਫੈਸਲਾ ਲੈਣਾ ਸਿਕਿਉਰਿਟੀ ਕੌਂਸਲ ਨੇ, ਤਾਂ ਉਸ ਵਿੱਚ ਸਥਾਈ ਮੈਂਬਰਾਂ ਦਾ ਜਿਹੜਾ ਬਹੁਮਤ ਹੋਣਾ ਬਹੁਤ ਜ਼ਰੂਰੀ ਹੈਗਾ ਜੀ। ਇੱਕ ਵੀ ਸਥਾਈ ਮੈਂਬਰ ਨੇ ਜੇਕਰ ਕਿਸੇ ਮੁੱਦੇ ਨੂੰ ਲੈ ਕੇ ਨਾ ਕਰ ਦਿੱਤੀ ਤਾਂ ਉਹ ਜਿਹੜਾ ਫੈਸਲਾ ਲਟਕਿਆ ਰਹਿ ਜਾਂਦਾ ਹੈਗਾ ਜੀ। ਅਤੇ ਇਸ ਤੋਂ ਇਲਾਵਾ ਸੰਵਿਧਾਨਕ ਕਾਰਜ ਵੀ, ਕਿ ਸੰਵਿਧਾਨ ਵਿੱਚ ਸੋਧ ਕਰਨ ਵਿੱਚ ਵੀ ਇਹ ਜਨਰਲ ਅਸੈਂਬਲੀ ਨਾਲ ਮਿਲ ਕੇ ਕਾਰਜ ਕਰਦੀ ਹੈਗੀ ਜੀ। ਅਤੇ ਇਸ ਤੋਂ ਇਲਾਵਾ UN ਦੇ ਫੈਸਲੇ ਨੂੰ ਲਾਗੂ ਕਰਨਾ, ਜਿਵੇਂ ਕਿ ਜੋ ਵੀ ਫੈਸਲਾ ਜਨਰਲ ਅਸੈਂਬਲੀ ਦੁਆਰਾ ਲਿਆ ਜਾਂਦਾ ਹੈਗਾ ਉਸ ਨੂੰ ਜਿਹੜਾ ਸਿਕਿਉਰਿਟੀ ਕੌਂਸਲ ਦੁਆਰਾ ਲਾਗੂ ਕੀਤਾ ਜਾਂਦਾ ਹੈਗਾ ਜੀ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਦਾ ਇਕਨੋਮਿਕ ਐਂਡ ਸੋਸ਼ਲ ਕੌਂਸਲ ਬਾਰੇ। ਤਾਂ ਇਸ ਵਿੱਚ ਕੁੱਲ 54 ਮੈਂਬਰ ਹੁੰਦੇ ਹੈਗੇ ਜੀ, ਅਤੇ ਇਹ ਹਰ ਰਾਜਾਂ ਦੁਆਰਾ ਚੁਣ ਕੇ ਆਏ ਹੁੰਦੇ ਹੈਗੇ ਜੀ। ਅਤੇ ਇਹ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਦੇ ਬਾਰੇ ਇਕਨੋਮਿਕ ਐਂਡ ਸੋਸ਼ਲ ਕੌਂਸਲ ਬਾਰੇ। ਇਸ ਵਿੱਚ ਜਿਵੇਂ ਟੋਟਲ 54 ਮੈਂਬਰ ਹੁੰਦੇ ਹੈਗੇ ਜੀ, ਅਤੇ ਇਹਨਾਂ ਦਾ ਕਾਰਜਕਾਲ ਜਿਹੜਾ 3 ਸਾਲ ਦਾ ਹੁੰਦਾ ਹੈਗਾ ਜੀ। ਅਤੇ ਇਸ ਦੀ ਮੀਟਿੰਗ ਹਰ ਸਾਲ ਵਿੱਚ 2 ਵਾਰੀ ਹੋਣੀ ਚਾਹੀਦੀ ਹੈ ਜੀ। ਅਤੇ ਪਹਿਲੀ ਮੀਟਿੰਗ ਅਪ੍ਰੈਲ ਦੇ ਮਹੀਨੇ ਵਿੱਚ ਨਿਊਯਾਰਕ ਵਿੱਚ ਹੁੰਦੀ ਹੈਗੀ ਜੀ, ਅਤੇ ਸੈਕਿੰਡ ਮੀਟਿੰਗ ਜਿਹੜੀ ਹੁੰਦੀ ਹੈਗੀ ਹੈ ਜੁਲਾਈ ਦੇ ਮਹੀਨੇ ਵਿੱਚ ਜਨੇਵਾ ਵਿੱਚ ਹੁੰਦੀ ਹੈਗੀ ਜੀ। ਅਤੇ ਇਸ ਤੋਂ ਇਲਾਵਾ ਇਸ ਦੀ ਮੀਟਿੰਗ ਦਾ ਜਿਹੜਾ ਸਥਾਨ ਬਦਲਿਆ ਵੀ ਜਾ ਸਕਦਾ ਹੈਗਾ ਮਹਾਂਸਭਾ ਦੁਆਰਾ। ਅਤੇ ਗੱਲ ਕਰੀਏ ਪ੍ਰਧਾਨ ਦੀ, ਤਾਂ ਇਹ ਇਸ ਦੇ ਮੈਂਬਰਾਂ ਦੁਆਰਾ ਹੀ ਚੁਣਿਆ ਜਾਂਦਾ ਹੈਗਾ ਜੀ। ਜਿਹੜੇ ਇਸ ਦੇ ਮੈਂਬਰ ਹੁੰਦੇ ਹੈਗੇ ਉਹ ਆਪਣੇ ਵਿੱਚੋਂ ਇੱਕ ਪ੍ਰਧਾਨ ਦੀ ਚੋਣ ਕਰਦੇ ਹੈਗੇ ਆ। ਅਤੇ ਇਸ ਦੇ ਕਾਰਜ ਅਤੇ ਸ਼ਕਤੀਆਂ ਬਾਰੇ ਗੱਲ ਕਰੀਏ ਤਾਂ ਇਹ ਸਾਰੇ ਵਿਸ਼ਿਆਂ ਦੀ ਰਿਪੋਰਟ ਮਹਾਂਸਭਾ ਨੂੰ ਪੇਸ਼ ਕਰਦੇ ਹੈਗੇ ਜੀ। ਜਿੰਨੇ ਵੀ ਯੂਨਾਈਟਿਡ ਨੇਸ਼ਨ ਨਾਲ ਫੈਸਲਾ ਲੈਣਾ ਹੁੰਦਾ ਹੈਗਾ ਜੀ, ਤਾਂ ਉਹ ਸਾਰੀ ਰਿਪੋਰਟ ਜਿਹੜੀ ਇਸ ਇਕਨੋਮਿਕ ਐਂਡ ਸੋਸ਼ਲ ਕੌਂਸਲ ਦੁਆਰਾ ਭੇਜੀ ਜਾਂਦੀ ਹੈਗੀ ਹੈ ਜੀ ਮਹਾਂਸਭਾ ਨੂੰ, ਯਾਨੀ ਕਿ ਜਨਰਲ ਅਸੈਂਬਲੀ ਨੂੰ। ਅਤੇ ਇਸ ਤੋਂ ਇਲਾਵਾ ਵੱਖ ਏਜੰਸੀਆਂ ਵਿੱਚ ਤਾਲਮੇਲ ਉਹ ਵੀ ਇਸ ਦਾ ਕੰਮ ਹੈਗਾ ਜੀ, ਤਾਲਮੇਲ ਸਥਾਪਿਤ ਕਰਨਾ। ਅਤੇ ਇਸ ਤੋਂ ਇਲਾਵਾ ਆਰਥਿਕ ਅਤੇ ਸਮਾਜਿਕ ਵਿਸ਼ਿਆਂ ਸੰਬੰਧੀ ਸੰਯੁਕਤ ਰਾਸ਼ਟਰ ਨੂੰ ਸੂਚਿਤ ਕਰਨਾ ਅਤੇ ਸਹਾਇਤਾ ਪ੍ਰਦਾਨ ਕਰਦੀ ਹੈਗੀ ਹੈ ਜੀ। ਅਤੇ ਹੁਣ ਅਸੀਂ ਗੱਲ ਕਰਾਂਗੇ ਦਾ ਟਰੱਸਟੀਸ਼ਿਪ ਕੌਂਸਲ ਬਾਰੇ। ਅਤੇ ਟਰੱਸਟੀਸ਼ਿਪ ਕੌਂਸਲ ਤੋਂ ਭਾਵ ਅਮਾਨਤੀ ਪਰਿਸ਼ਦ ਉਹ ਖੇਤਰ ਜਿਹੜੇ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਜਿਹੜੇ ਯੂਨਾਈਟਿਡ ਨੇਸ਼ਨ ਦੇ ਹਿੱਸੇ ਆਏ, ਅਤੇ ਅੱਜ ਵੀ ਉਹਨਾਂ ਉੱਪਰ ਜਿਹੜਾ ਅਧਿਕਾਰ ਯੂਨਾਈਟਿਡ ਨੇਸ਼ਨ ਦਾ ਹੈਗਾ, ਅਤੇ ਯੂਨਾਈਟਿਡ ਨੇਸ਼ਨ ਹੀ ਇਹਨਾਂ ਖੇਤਰਾਂ ਦੀ ਸਾਂਭ ਸੰਭਾਲ ਦੇ ਜਿਹੜੇ ਫੈਸਲੇ ਲੈਂਦੀ ਹੈਗੀ ਜੀ। ਅਤੇ ਗੱਲ ਕਰਦੇ ਹਾਂ ਟਰੱਸਟੀਸ਼ਿਪ ਕੌਂਸਲ ਬਾਰੇ। ਅਤੇ ਇਸ ਵਿੱਚ ਇੱਕ ਪ੍ਰਧਾਨ ਅਤੇ ਉਪ ਪ੍ਰਧਾਨ ਹੁੰਦਾ ਹੈਗਾ ਜੀ, ਜਿਹੜੇ ਮੈਂਬਰਾਂ ਵਿੱਚੋਂ ਹੀ ਜਿਹੜੇ ਚੁਣੇ ਜਾਂਦੇ ਹੈਗੇ ਆ। ਅਤੇ ਬਣਤਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਥਾਈ ਮੈਂਬਰ, ਮਹਾਂਸਭਾ ਦੁਆਰਾ ਚੁਣੇ ਹੋਏ ਮੈਂਬਰ, ਅਤੇ ਅਮਾਨਤੀ ਖੇਤਰਾਂ ਦਾ ਪ੍ਰਬੰਧ ਚਲਾਉਣ ਵਾਲੇ ਮੈਂਬਰ, ਇਹ ਸਾਰੇ ਮੈਂਬਰ ਮਿਲ ਕੇ ਜਿਹੜੇ ਟਰੱਸਟੀਸ਼ਿਪ ਕੌਂਸਲ ਬਣਾਉਂਦੇ ਹੈਗੇ ਜੀ। ਅਤੇ ਇਹਨਾਂ ਦਾ ਕਾਰਜਕਾਲ 3 ਸਾਲ ਦਾ
ਹੁੰਦਾ ਹੈਗਾ ਅਤੇ ਇਸ ਦੀ ਬੈਠਕ ਹਰ ਸਾਲ ਹੁੰਦੀ ਹੈਗੀ ਹੈ ਜੀ। ਅਤੇ ਇੱਕ ਗੱਲ ਕਰੀਏ ਇਸ ਦੀਆਂ ਕਾਰਜ ਅਤੇ ਸ਼ਕਤੀਆਂ ਬਾਰੇ ਤਾਂ ਇਹ ਅਮਾਨਤੀ ਖੇਤਰਾਂ ਦਾ ਵਿਕਾਸ ਕਰਦੇ ਹੈਗੇ ਜੀ। ਕਿ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਅਤੇ ਉਹਨਾਂ ਦਾ ਵਿਕਾਸ ਕਰਨਾ ਜਿਹੜਾ ਯੂਨਾਈਟਿਡ ਨੇਸ਼ਨ ਦੇ ਕੋਲ ਅਧਿਕਾਰ ਹੈਗਾ ਜੀ। ਤਾਂ ਇਹ ਫੈਸਲੇ ਲੈਂਦੀ ਹੈਗੀ ਹੈ ਯੂਨਾਈਟਿਡ ਨੇਸ਼ਨ। ਅਤੇ ਅਮਾਨਤੀ ਖੇਤਰਾਂ ਨੂੰ ਲੋਕਾਂ ਨੂੰ ਸੁਤੰਤਰਤਾ ਅਤੇ ਸਵੈ ਸ਼ਾਸਨ ਦੇ ਯੋਗ ਬਣਾਉਣਾ ਅਤੇ ਇਹਨਾਂ ਖੇਤਰਾਂ ਦੀ ਰਿਪੋਰਟ ਨੂੰ ਮਹਾਂਸਭਾ ਕੋਲ ਭੇਜਣਾ ਅਤੇ ਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨਾ ਇਹਨਾਂ ਖੇਤਰਾਂ ਵਿੱਚ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਅਮਾਨਤੀ ਖੇਤਰਾਂ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨਾ ਅਤੇ ਉਸ ਨੂੰ ਜਿਹੜਾ ਮਹਾਂਸਭਾ ਕੋਲ ਜਿਹੜਾ ਭੇਜਣਾ, ਠੀਕ ਹੈ ਜੀ। ਤਾਂ ਕਿ ਅਮਾਨਤੀ ਖੇਤਰਾਂ ਬਾਰੇ ਸਾਰੇ ਵਿਸ਼ਵ ਨੂੰ ਜਾਣੂ ਕਰਵਾ ਸਕੇ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਬਾਰੇ। ਇਸ ਨੂੰ ਅੰਤਰਰਾਸ਼ਟਰੀ ਅਦਾਲਤ ਵੀ ਕਿਹਾ ਜਾਂਦਾ ਹੈਗਾ ਜੀ। ਜਿਵੇਂ ਅਸੀਂ ਅੱਗੇ ਵੇਖਦੇ ਹਾਂ ਜਿਸ ਨੂੰ ਵਿਸ਼ਵ ਦੀ ਸਰਵਉੱਚ ਅਦਾਲਤ ਕਿਹਾ ਜਾਂਦਾ ਹੈਗਾ ਜੀ। ਇਸ ਵਿੱਚ 15 ਜੱਜ ਹੁੰਦੇ ਹੈਗੇ ਆ ਜਿਹੜੇ ਕਿ ਮਹਾਂਸਭਾ ਅਤੇ ਸੰਯੁਕਤ ਰਾਸ਼ਟਰ ਦੇ ਬਹੁਮਤ ਦੁਆਰਾ ਜਿਹੜਾ ਚੁਣੇ ਜਾਂਦੇ ਹੈਗੇ ਆ ਜੀ। ਅਤੇ ਇਹਨਾਂ ਦਾ ਕਾਰਜਕਾਲ 9 ਸਾਲ ਦਾ ਹੁੰਦਾ ਹੈਗਾ ਜੀ। ਅਤੇ 1/3 ਮੈਂਬਰ ਜਿਹੜੇ 3 ਸਾਲ ਬਾਅਦ ਰਿਟਾਇਰ ਹੋ ਜਾਂਦੇ ਹੈਗੇ ਆ। ਅਤੇ ਇੱਕ ਦੇਸ਼ ਕੇਵਲ ਇੱਕੋ ਹੀ ਜੱਜ ਜਿਹੜਾ ਭੇਜ ਸਕਦਾ ਇਸ ਵਿੱਚ ਜੀ। ਅਤੇ ਇਸ ਦਾ ਜਿਹੜਾ ਹੈੱਡਕੁਆਟਰ ਉਹ ਹੈਂਗ ਵਿੱਚ ਹੈਗਾ ਜੀ। ਅਤੇ ਇਸ ਦੀ ਬੈਠਕ 15 ਵਿੱਚੋਂ ਇਸ ਦੀ ਬੈਠਕ ਵਿੱਚ 15 ਵਿੱਚੋਂ 9 ਮੈਂਬਰਾਂ ਦਾ ਜਿਹੜੇ 9 ਜੱਜ ਹੁੰਦੇ ਹੈਗੇ ਉਹਨਾਂ ਦਾ ਹੋਣਾ ਜ਼ਰੂਰੀ ਹੈਗਾ ਜੀ। ਅਤੇ ਸਭਾਪਤੀ ਨੂੰ ਨਿਰਣਾਇਕ ਵੋਟ ਦਾ ਅਧਿਕਾਰ ਹੈਗਾ ਜੀ। ਜਦੋਂ ਸਾਰੇ ਮਤ ਬਰਾਬਰ ਹੋ ਜਾਂਦੇ ਹੈਗੇ ਅਤੇ ਫੈਸਲਾ ਜਿਹੜਾ ਜਿੱਧਰ ਹੁਣ ਸਭਾਪਤੀ ਦੇਵੇਗਾ ਜਿਸ ਸਾਈਡ ਵੱਲ ਉਸੇ ਵੱਲ ਫੈਸਲਾ ਹੋ ਜਾਵੇਗਾ ਉਸ ਨੂੰ ਕਹਿੰਦੇ ਨਿਰਣਾਇਕ ਵੋਟ ਜੀ। ਅਤੇ ਬਹੁਮਤ ਰਾਹੀਂ ਫੈਸਲੇ ਲਏ ਜਾਂਦੇ ਇਸ ਵਿੱਚ ਜੀ। ਅਤੇ ਇਸ ਤੋਂ ਇਲਾਵਾ ਜੇਕਰ ਕਾਰਜ ਦੀ ਸ਼ਕਤੀਆਂ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਇੱਛੁਕ ਅਧਿਕਾਰ ਖੇਤਰ ਜੋ ਕਿ ਜਿਸ ਵਿੱਚ 2 ਰਾਜ ਆਪਸੀ ਸਹਿਮਤੀ ਰਾਹੀਂ ਕਿਸੇ ਮੁੱਦੇ ਨੂੰ ਲੈ ਕੇ ਯੂਨਾਈਟਿਡ ਨੇਸ਼ਨ ਵਿੱਚ ਜਿਹੜੇ ਆਉਂਦੇ ਹੈਗੇ, ਠੀਕ ਹੈ ਜੀ। ਤਾਂ ਯੂਨਾਈਟਿਡ ਨੇਸ਼ਨ ਉਹਨਾਂ ਦੇ ਉੱਪਰ ਫੈਸਲਾ ਕਰਦਾ ਹੈਗਾ ਤਾਂ ਉਹ ਜਿਹੜਾ ਫੈਸਲਾ ਉਹ ਮੰਨਣ ਲਈ ਪਾਬੰਦ ਹੁੰਦੇ ਹੈਗੇ ਦੋਵੇਂ ਰਾਸ਼ਟਰ। ਅਤੇ ਆਵਸ਼ਕ ਅਧਿਕਾਰ ਖੇਤਰ ਵਿੱਚ ਕਿ ਕੋਈ ਜਿਹੜਾ ਫੈਸਲਾ ਜਿਹੜਾ UN ਦੁਆਰਾ ਦੇ ਦਿੱਤਾ ਗਿਆ ਹੁੰਦਾ ਹੈਗਾ ਅਤੇ ਹੁਣ ਜਿਹੜਾ ਉਹ ਫੈਸਲਾ ਦੋਵੇਂ ਰਾਜਾਂ ਵਿੱਚੋਂ ਕੋਈ ਇੱਕ ਰਾਜ ਉਸ ਫੈਸਲੇ ਮੰਨਣ ਤੋਂ ਇਨਕਾਰ ਕਰ ਰਿਹਾ ਹੈਗਾ ਤਾਂ ਉਹ ਦੂਸਰਾ ਮੈਂਬਰ ਸੰਯੁਕਤ ਰਾਸ਼ਟਰ ਕੋਲ ਆ ਸਕਦਾ ਹੈਗਾ ਅਤੇ ਉਹ ਦੱਸ ਸਕਦਾ ਹੈ ਕਿ ਉਹ ਦੂਸਰਾ ਰਾਜ ਉਸਦੇ ਜਿਹੜੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈਗਾ। ਤਾਂ ਯੂਨਾਈਟਿਡ ਨੇਸ਼ਨ ਆਪਣੇ ਫੈਸਲੇ ਨੂੰ ਮੰਨਣ ਲਈ ਉਸ ਨੂੰ ਉੱਤਰਾਦਾਈ ਜਿਹੜੀ ਕਾਰਵਾਈ ਕਰਦੀ ਹੈਗੀ, ਠੀਕ ਹੈ ਜੀ। ਤਾਂ ਇਸ ਨੂੰ ਆਵਸ਼ਕ ਅਧਿਕਾਰ ਖੇਤਰ ਕਿਹਾ ਗਿਆ। ਇਸ ਤੋਂ ਇਲਾਵਾ ਸਲਾਹਕਾਰੀ ਕਾਰਜ ਇਸ ਵਿੱਚ ਯੂਨਾਈਟਿਡ ਨੇਸ਼ਨ ਦੀ ਕੋਈ ਵੀ ਏਜੰਸੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੋਂ ਕੋਈ ਵੀ ਸਲਾਹ ਲੈ ਸਕਦੀ ਹੈਗੀ ਜੀ। ਅਤੇ ਇਸ ਤੋਂ ਇਲਾਵਾ ਫੈਸਲੇ ਲਾਗੂ ਕਰਨਾ ਕਿ ਇੰਟਰਨੈਸ਼ਨਲ ਕੋਰਟਸ ਦੁਆਰਾ ਜੋ ਵੀ ਫੈਸਲੇ ਲਏ ਜਾਣਗੇ ਉਹ ਸਾਰੇ ਰਾਸ਼ਟਰਾਂ ਨੂੰ ਮੰਨਣੇ ਪੈਣਗੇ, ਠੀਕ ਹੈ ਜੀ। ਜੋ ਵੀ ਰਾਸ਼ਟਰ ਇਹਨਾਂ ਫੈਸਲਿਆਂ ਦੀ ਪੈਰਵਾਈ ਨਹੀਂ ਕਰਦਾ ਉਸ ਦੇ ਉੱਪਰ ਉਚਿਤ ਕਾਰਵਾਈ ਹੁੰਦੀ ਹੈਗੀ ਜੀ। ਅਤੇ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਅਸੀਂ ਦਾ ਸੈਕਟਰੇਟ ਯਾਨੀ ਕਿ 10 ਸਕੱਤਰੇਤ। ਤਾਂ ਇਸ ਦਾ ਜਿਹੜਾ ਇਸ ਨੂੰ ਸੰਯੁਕਤ ਰਾਸ਼ਟਰ ਦਾ ਮੁੱਖ ਦਫ਼ਤਰ ਕਿਹਾ ਜਾਂਦਾ ਹੈਗਾ ਜੀ। ਅਤੇ ਇਸ ਨੂੰ ਵਿਸ਼ਵ ਦਾ ਦੂਤ ਵੀ ਕਿਹਾ ਜਾਂਦਾ ਹੈਗਾ ਅਤੇ ਸ਼ਾਂਤੀ ਦਾ ਦੂਤ। ਅਤੇ ਇਸ ਤੋਂ ਇਲਾਵਾ ਵਿਸ਼ਵ ਦਾ ਐਗਜ਼ੀਕਿਊਟਿਵ ਅਧਿਕਾਰੀ ਯਾਨੀ ਕਿ ਕਾਰਜ ਸਾਧਕ ਅਧਿਕਾਰੀ ਵੀ ਕਿਹਾ ਜਾਂਦਾ ਹੈਗਾ ਜੀ, ਕਿਉਂਕਿ ਸਾਰਾ ਕੰਮ ਇਸ ਦੇ ਜਿਹੜੇ ਸੈਕਟਰੇਟ ਦੁਆਰਾ ਸੰਭਾਲਿਆ ਜਾਂਦਾ ਹੈਗਾ ਜੀ। ਅਤੇ ਇਸ ਤੋਂ ਇਲਾਵਾ ਇਸ ਦਾ ਹੈੱਡ ਆਫਿਸ ਨਿਊਯਾਰਕ ਸਿਟੀ ਵਿੱਚ ਜਿਹੜਾ ਸਕਸੈਸ ਲੇਕ ਉੱਪਰ ਹੈਗਾ ਜੀ, ਠੀਕ ਹੈ ਜੀ। ਤਾਂ ਇਸ ਵਿੱਚ ਇੱਕ ਮੁੱਖ ਜਰਨਲ ਹੁੰਦਾ ਹੈਗਾ, ਮੁੱਖ ਜਰਨਲ ਸਕੱਤਰ ਅਤੇ ਹਜ਼ਾਰਾਂ ਹੀ ਅਧਿਕਾਰੀ ਉਸ ਦੀ ਸਹਾਇਤਾ ਲਈ ਨਿਯੁਕਤ ਕੀਤੇ ਜਾਂਦੇ ਹੈਗੇ ਜੀ। ਅਤੇ ਇਸ ਤੋਂ ਇਲਾਵਾ 9 ਸਹਾਇਕ ਜਰਨਲ ਸਕੱਤਰ ਇਸ ਦੀ ਸਹਾਇਤਾ ਲਈ ਨਿਯੁਕਤ ਕੀਤੇ ਜਾਂਦੇ ਹੈਗੇ ਆ। ਅਤੇ ਇਸ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈਗਾ ਜੀ ਜਰਨਲ ਸਕੱਤਰ ਦਾ। ਅਤੇ ਇਸ ਨੂੰ ਦੁਬਾਰਾ ਵੀ ਚੁਣਿਆ ਜਾ ਸਕਦਾ ਹੈਗਾ। ਅਤੇ ਗੱਲ ਕਰਦੇ ਹਾਂ ਇਸ ਦੀਆਂ ਕੁਆਲੀਫਿਕੇਸ਼ਨ ਦੀ। ਅਤੇ ਜਿਹੜਾ ਵੀ ਸਕੱਤਰੇਤ ਦਾ ਮੈਂਬਰ ਬਣਨ ਲਈ ਜਿਹੜਾ ਵੀ ਉਮੀਦਵਾਰ ਚੁਣਿਆ ਜਾਂਦਾ ਹੈਗਾ ਉਸ ਨੂੰ ਯੋਗ ਅਤੇ ਸਿਆਣਾ ਸਿਆਸਤਦਾਨ ਹੋਣਾ ਚਾਹੀਦਾ ਜੀ। ਅਤੇ ਉਹ ਯੋਗ ਪ੍ਰਬੰਧਕ ਹੋਣਾ ਚਾਹੀਦਾ ਹੈਗਾ, ਨਿਰਪੱਖ ਵਿਅਕਤੀ ਹੋਣਾ ਚਾਹੀਦਾ ਜੀ। ਅਤੇ ਤਾਂ ਕਿ ਆਪਣਾ ਜਿਹੜਾ ਫੈਸਲਾ ਨਿਰਪੱਖ ਹੋ ਕੇ ਫੈਸਲਾ ਲੈ ਸਕੇ। ਅਤੇ ਉੱਚ ਅਹੁਦੇ ਤੇ ਕੰਮ ਕਰਨ ਦਾ ਜਿਹੜਾ ਤਜਰਬਾ ਹੋਣਾ ਚਾਹੀਦਾ ਜੀ ਉਹਨੂੰ। ਅਤੇ ਹਰ ਜੋਖਮ ਨੂੰ ਉਠਾਉਣ ਲਈ ਤਿਆਰ ਹੋਣਾ ਚਾਹੀਦਾ ਉਸਨੂੰ। ਅਤੇ ਇਸ ਤੋਂ ਇਲਾਵਾ ਉਸਦੀ ਤਨਖਾਹ ਜਿਹੜੀ ਹੈਗੀ ਆ ਉਹ UN ਦੇ ਫੰਡ ਵਿੱਚੋਂ ਦਿੱਤੀ ਜਾਂਦੀ ਹੈਗੀ ਜੀ। ਅਤੇ ਇਹ ਫੰਡ ਸਾਰੇ ਮੈਂਬਰ ਰਾਸ਼ਟਰ ਆਪਣੇ ਜਿਹੜੇ ਦੇਸ਼ ਸਾਰੇ ਰਾਸ਼ਟਰ ਜਿਹੜੇ ਜਮ੍ਹਾਂ ਕਰਾਉਂਦੇ ਹੈਗੇ ਜੀ ਆਪਣੇ ਹਿੱਸੇ ਦਾ। ਅਤੇ ਇਸ ਤੋਂ ਇਲਾਵਾ ਸ਼ਕਤੀਆਂ ਦੇ ਕਾਰਜ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਪਹਿਲਾਂ ਹੈਗੇ ਪ੍ਰਬੰਧਕੀ ਕਾਰਜ ਜੀ। ਇਸ ਵਿੱਚ
ਦਾ ਸਕੱਤਰੇਤ ਨੂੰ ਰਿਪੋਰਟ ਤਿਆਰ ਕਰਦਾ ਹੈਗਾ ਜੀ ਜਨਰਲ ਸਕੱਤਰ, ਅਤੇ ਇਸ ਵਿੱਚ ਤਕਨੀਕੀ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈਗਾ ਜੀ ਸਾਰੀਆਂ ਏਜੰਸੀਆਂ ਨੂੰ। ਅਤੇ ਵਿਸ਼ਵ ਸੰਮੇਲਨ ਬਣਾਉਣਾ ਹੋਵੇ ਅਤੇ ਉਸ ਦੀ ਰੂਪਰੇਖਾ ਤਿਆਰ ਕਰਨੀ ਆ, ਇਹ ਵੀ ਸਾਰਾ ਕੰਮ ਜਨਰਲ ਸਕੱਤਰ ਦੁਆਰਾ ਕੀਤਾ ਜਾਂਦਾ ਹੈਗਾ ਜੀ। ਅਤੇ UNO ਦੀਆਂ ਗਤੀਵਿਧੀਆਂ ਨੂੰ ਸੰਗਠਿਤ ਅਤੇ ਨਿਰਦੇਸ਼ਿਤ ਕਰਨਾ, ਇਹ ਵੀ ਇਸ ਦੇ ਹਿੱਸੇ ਹੈਗਾ ਜੀ। ਅਸੀਂ ਗੱਲ ਕਰਦੇ ਹਾਂ ਹੁਣ ਵਿੱਤੀ ਕਾਰਜਾਂ ਦੀ, ਤਾਂ ਇਸ ਵਿੱਚ ਬਜਟ ਤਿਆਰ ਕਰਨਾ ਅਤੇ ਬਜਟ ਤਿਆਰ ਕਰਨਾ ਜਿਹੜਾ ਇਸ ਦੁਆਰਾ ਕੀਤਾ ਜਾਂਦਾ ਹੈਗਾ ਜੀ ਜਨਰਲ ਸਕੱਤਰ ਦੁਆਰਾ। ਅਤੇ ਬਜਟ ਜਿਹੜਾ ਇਸ ਨੂੰ ਤਿਆਰ ਕਰਕੇ ਮਹਾਂਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈਗਾ ਜੀ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਧਨ ਦੀ ਵੰਡ ਅਤੇ ਖਰਚ ਨੂੰ ਕੰਟਰੋਲ ਕਰਨਾ, ਮੈਂਬਰ ਦੇਸ਼ਾਂ ਤੋਂ ਜਿਹੜਾ ਧਨ ਇਕੱਠਾ ਕਰਨਾ, ਠੀਕ ਹੈ ਜੀ, ਜਿਸ ਨੂੰ UN ਫੰਡ ਕਿਹਾ ਜਾਂਦਾ ਹੈਗਾ ਜੀ। ਅਤੇ ਇਸ ਤੋਂ ਇਲਾਵਾ ਬਜਟ ਤੋਂ ਇਲਾਵਾ ਹੋਰ ਵੀ ਜਿਹੜੇ ਧਨ ਪ੍ਰਦਾਨ ਕਰਨਾ, ਠੀਕ ਹੈ ਜੀ, ਕਿਸੇ ਵੀ ਰਾਸ਼ਟਰ ਤੋਂ ਪ੍ਰਦਾਨ ਵੀ ਕਰ ਸਕਦੀ ਹੈ, ਠੀਕ ਹੈ ਜੀ। ਕਿਸੇ ਐਮਰਜੈਂਸੀ ਸਥਿਤੀ ਵਿੱਚ UNO ਜਿਹੜਾ ਕਿਸੇ ਵੀ ਦੇਸ਼ ਨੂੰ ਸਹਾਇਤਾ ਕਰਦਾ ਹੈਗਾ, ਠੀਕ ਹੈ ਜੀ, ਤਾਂ ਉਹ UNO ਦੀ ਫੰਡ ਵਿੱਚੋਂ ਦਿੱਤਾ ਜਾਂਦਾ ਹੈਗਾ ਸਾਰਾ ਕੁਛ। ਅਤੇ ਇਹ ਫੰਡ ਜਿਹੜਾ ਮੈਂਬਰ ਦੇਸ਼ਾਂ ਤੋਂ ਲਿਆ ਜਾਂਦਾ ਹੈਗਾ, ਠੀਕ ਹੈ ਜੀ। ਅਤੇ ਭਾਰਤ ਵੀ ਉਸ UNO ਦਾ ਮੈਂਬਰ ਹੈਗਾ ਜੀ। ਅਤੇ ਅੱਗੇ ਗੱਲ ਕਰਦੇ ਹਾਂ ਰਾਜਨੀਤਿਕ ਕਾਰਜਾਂ ਦੀ, ਤਾਂ ਇਸ ਦੀ ਸਾਲਾਨਾ ਰਿਪੋਰਟ ਤਿਆਰ ਕਰਨਾ, ਠੀਕ ਹੈ ਜੀ, ਜਨਰਲ ਸਕੱਤਰ ਦੁਆਰਾ ਕੀਤੀ ਜਾਂਦੀ ਹੈਗੀ ਹੈ। ਅਤੇ UNO ਵਿਸ਼ਿਆਂ ਦੇ ਬਾਰੇ ਆਪਣੀ ਰਾਏ ਦੇਣਾ, ਇਹ ਵੀ ਜਨਰਲ ਸਕੱਤਰ ਕਰਦਾ ਹੈਗਾ ਜੀ। ਅੰਤਰਰਾਸ਼ਟਰੀ ਸ਼ਾਂਤੀ ਦਾ ਵਿਸ਼ਾ ਬੈਠਕ ਵਿੱਚ ਲਿਆਉਣਾ, ਇਹ ਵੀ ਜਨਰਲ ਸਕੱਤਰ ਦੁਆਰਾ ਕੀਤਾ ਜਾਂਦਾ ਹੈਗਾ ਜੀ। ਅਤੇ ਵੱਖ-ਵੱਖ ਦੇਸ਼ਾਂ ਵਿਚਕਾਰ ਝਗੜਿਆਂ ਨੂੰ ਸੁਲਝਾਉਣਾ। ਅਤੇ ਇਸ ਤੋਂ ਅੱਗੇ ਗੱਲ ਕਰਦੇ ਹਾਂ ਅਸੀਂ ਪ੍ਰਤੀਨਿਧਤਾਤਮਕ ਕਾਰਜ ਦੀ, ਤਾਂ ਵੱਖ-ਵੱਖ ਮੌਕਿਆਂ 'ਤੇ ਜਿਹੜੀ ਪ੍ਰਤੀਨਿਧਤਾ ਕਰਦਾ ਹੈਗਾ ਜੀ ਜਨਰਲ ਸਕੱਤਰ, UNO ਦੀ ਪ੍ਰਤੀਨਿਧਤਾ ਕਰਦਾ ਹੈਗਾ ਜੀ। ਅਤੇ ਅੰਤਰਰਾਸ਼ਟਰੀ ਅਦਾਲਤ ਸਾਹਮਣੇ UNO ਦੇ ਹਿੱਤਾਂ ਦੀ ਰੱਖਿਆ ਕਰਦਾ ਹੈਗਾ ਜੀ। ਅਤੇ UNO ਸਮਝੌਤਿਆਂ ਉੱਪਰ ਦਸਤਖਤ ਕਰਦਾ ਹੈਗਾ ਜੀ। ਅਤੇ ਸਮਾਜਿਕ ਅਤੇ ਅਮਾਨਤੀ ਪਰਿਸ਼ਦ, ਆਰਥਿਕ ਅਤੇ ਸਮਾਜਿਕ ਪਰਿਸ਼ਦ ਅਤੇ ਮੁੱਖ ਸਕੱਤਰ ਦੀ ਭੂਮਿਕਾ ਨਿਭਾਉਂਦਾ ਹੈਗਾ ਜੀ ਇਹਨਾਂ ਸਾਰੀ ਏਜੰਸੀਆਂ ਦੇ ਵਿੱਚ, ਠੀਕ ਹੈ ਜੀ। ਮੁੱਖ ਸਕੱਤਰ ਦੀ ਭੂਮਿਕਾ ਨਿਭਾਉਂਦਾ ਹੈਗਾ ਜੀ ਜਨਰਲ ਸਕੱਤਰ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ ਦੀਆਂ ਜਿਹੜੀਆਂ ਏਜੰਸੀਆਂ ਹੈਗੀਆਂ, ਠੀਕ ਹੈ ਜੀ। ਇਸ ਵਿੱਚ ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ਯਾਨੀ ਕਿ ILO, IMF ਯਾਨੀ ਕਿ ਇੰਟਰਨੈਸ਼ਨਲ ਮੋਨੇਟਰੀ ਫੰਡ, ਅਤੇ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ, ਸਾਇੰਟੀਫਿਕ ਐਂਡ ਕਲਚਰਲ ਔਰਗਨਾਈਜੇਸ਼ਨ ਯਾਨੀ ਕਿ UNESCO, UNICEF ਯਾਨੀ ਕਿ ਯੂਨਾਈਟਿਡ ਨੇਸ਼ਨ ਚਿਲਡਰਨਸ ਫੰਡ, WB ਯਾਨੀ ਕਿ ਵਰਲਡ ਬੈਂਕ, WHO ਜਿਸ ਨੂੰ ਤੁਸੀਂ ਸੁਣਿਆ ਹੋਵੇਗਾ, ਠੀਕ ਹੈ ਜੀ, ਦਾ ਵਰਲਡ ਹੈਲਥ ਔਰਗਨਾਈਜੇਸ਼ਨ, ਅਤੇ WTO ਯਾਨੀ ਕਿ ਵਰਲਡ ਟ੍ਰੇਡ ਔਰਗਨਾਈਜੇਸ਼ਨ। ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਮੁੱਖ ਸੰਸਥਾਵਾਂ ਜਿਹੜੀਆਂ UNO ਦੀਆਂ, ਠੀਕ ਹੈ ਜੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸੰਸਥਾਵਾਂ ਹੈਗੀਆਂ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ ਸੈਕਟਰੀ ਜਨਰਲ ਸੀਗੇ ਜਿਹੜੇ, ਠੀਕ ਹੈ ਜੀ, ਜਿਨ੍ਹਾਂ ਨੂੰ ਬਹੁਤ ਸਾਰਾ ਜਿਹੜਾ ਕਾਰਜ ਜਿਹੜਾ ਸੌਂਪਿਆ ਗਿਆ ਹੈਗਾ, ਕਿ ਸਾਰਾ ਕਾਰਜ ਜਿਹੜਾ ਜਿਸ ਨੂੰ ਕਾਰਜ ਸਾਧਕ ਅਧਿਕਾਰੀ ਕਿਹਾ ਗਿਆ, ਕਿ ਉਹ ਸਾਰਾ ਕਾਰਜ ਇਹਨਾਂ ਜਿਹੜੇ ਸਕੱਤਰੇਤ ਜਨਰਲ ਦੁਆਰਾ ਕੀਤਾ ਜਾਂਦਾ ਹੈਗਾ ਜੀ। ਤਾਂ ਸਭ ਤੋਂ ਪਹਿਲੇ ਜਿਹੜੇ ਜਨਰਲ ਸਕੱਤਰ ਸੀਗੇ ਜੀ, ਉਹਦੇ ਵਿੱਚ 1946 ਵਿੱਚ ਤ੍ਰਿਗਵੇਲੀ ਜੋ ਕਿ ਨਾਰਵੇ ਤੋਂ ਸੀਗੇ ਜੀ, ਡੈਗ ਹੈਮਰਸਕੋਲਡ ਜੋ ਕਿ ਸਵੀਡਨ ਤੋਂ, ਯੂ ਟੈਂਟ ਜੋ ਕਿ ਬਰਮਾ ਤੋਂ ਸੀਗੇ ਜੀ, ਕਰਟ ਵੈਲਡਿਨ ਆਸਟਰੀਆ ਤੋਂ ਜੀ, ਜੇਵੀਅਰ ਪ੍ਰੇਸ ਦਾ ਚਿਊਲਰ ਪੀਰੂ ਤੋਂ ਜੀ, ਦਾ ਬੌਟਸਨ ਗਾਲੀ, ਡਾਕਟਰ ਬੁਟਰੋਸ ਗਾਲੀ ਐਗਜ਼ੈਪਟ ਤੋਂ, ਅਤੇ ਕੋਫੀ ਅਨਾਨਨ ਜੋ ਕਿ ਗਾਨਾ ਤੋਂ, ਜੋ ਕਿ ਬਹੁਤ ਮਸ਼ਹੂਰ ਹੋਏ ਹੈਗੇ ਜੀ ਆਪਣੇ ਕੰਮਾਂ ਲਈ। ਇੱਕ ਬਾਨ ਕੀ ਮੂਨ ਵੀ ਬਹੁਤ ਮਸ਼ਹੂਰ ਹੋਏ ਹੈਗੇ ਜੀ, ਉਹਨਾਂ ਨੇ ਵੀ ਬਹੁਤ ਜਿਹੜੀ ਵਿਸ਼ਵ ਦੀ ਇੱਕ ਨਵਾਂ ਜਿਹੜਾ ਰੁੱਖ ਦਿੱਤਾ, ਠੀਕ ਹੈ ਜੀ, ਨਵਾਂ ਆਪਣੇ ਫੈਸਲੇ ਰਾਹੀਂ ਵਿਸ਼ਵ ਦੀ ਸੇਵਾ ਕੀਤੀ, ਠੀਕ ਹੈ ਜੀ ਉਹਨਾਂ ਨੇ। ਤਾਂ ਸ਼ਾਂਤੀ ਫੈਲਾਉਣ ਵਿੱਚ ਉਹਨਾਂ ਦਾ ਬਹੁਤ ਜਿਹੜਾ ਯੋਗਦਾਨ ਰਿਹਾ ਜੀ, ਕੋਫੀ ਅਨਾਨਨ ਦਾ ਅਤੇ ਬਾਨ ਕੀ ਮੂਨ ਦਾ, ਠੀਕ ਹੈ ਜੀ। ਅਤੇ ਹੁਣ ਜਿਹੜੇ ਇਸ ਟਾਈਮ ਪ੍ਰੈਜੈਂਟ ਜਿਹੜੇ ਜਨਰਲ ਸਕੱਤਰ ਹੈਗੇ ਜੀ, ਉਹ ਹੈਗੇ ਆ ਸੈਕਟਰੀ ਜਨਰਲ ਯਾਨੀ ਕਿ ਐਂਟੋਨੀਓ ਗੁਟਰੇਸ, ਜਿਸ ਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ, ਠੀਕ ਹੈ ਜੀ, ਜੋ ਕਿ ਪੁਰਤਗਾਲ ਤੋਂ ਬਿਲੋਂਗ ਕਰਦੇ ਹੈਗੇ ਜੀ। ਤਾਂ ਅੱਜ ਦਾ ਸਾਡਾ ਚੈਪਟਰ ਜਿਹੜਾ ਸਮਾਪਤ ਹੋ ਰਿਹਾ, ਠੀਕ ਹੈ ਜੀ। ਤਾਂ ਫਿਰ ਇੱਕ ਨਵਾਂ ਚੈਪਟਰ ਲੈ ਕੇ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਧੰਨਵਾਦ ਜੀ।